ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝੱਖੜ ਝਾਂਗੀ ਮੇਹੋਂ ਬਰਸੇ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਅਤ ਖਾਰਾ, ਭੀ ਗੁਰਸਿੱਖ ਲੰਘ ਗੁਰੂ ਪੈ ਜਾਈ। ਪਿਆਰੀ ਸਾਧ ਸੰਗਤ, ਜਦੋਂ ਪਰਮਾਤਮਾ ਦੇ ਪਿਆਰ ਦੀ ਕਣੀ ਮਨ ਦੇ ਵਿੱਚ ਜਾਗਦੀ ਹੈ ਤਾਂ ਫਿਰ ਲੱਖਾਂ ਤੂਫਾਨ ਆ ਜਾਣ, ਹਨੇਰੀਆਂ ਆ ਜਾਣ, ਸਮੁੰਦਰ ਉਛਲ ਜਾਣ, ਸੂਰਜ ਚੰਦ ਦੀ ਰਫ਼ਤਾਰ ਇਕਸਾਰ ਨਾ ਰਹੇ, ਪਰ ਜੋ ਸੱਚੇ ਆਸ਼ਿਕ ਹਨ, ਸੱਚੇ ਲੋਕ ਹਨ, ਸੱਚੇ ਪ੍ਰਭੂ ਦੇ ਪਿਆਰੇ ਹਨ, ਉਹ ਡੋਲਦੇ ਨਹੀਂ ਅਤੇ ਪ੍ਰਭੂ ਦੇ ਚਰਨਾਂ ਵਿੱਚ ਹਮੇਸ਼ਾ ਹਾਜ਼ਰੀਆਂ ਲਵਾਉਂਦੇ ਰਹਿੰਦੇ ਹਨ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਵਾਰ ਦੀਵਾਨ ਦੇ ਵਿੱਚ ਬੈਠੇ ਸਨ ਅਤੇ ਇੱਕ ਸਿੱਧਾ ਸਾਦਾ ਬੰਦਾ ਉੱਠਿਆ। ਦੀਵਾਨ ਦੀ ਸਮਾਪਤੀ ਹੋਣ ਲੱਗੀ ਸੀ। ਉਸਨੇ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਸਮਾਂ ਦਿਓ, ਮੈਂ ਵੀ ਕੁਝ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ। ਅਤੇ ਗੁਰੂ ਸਾਹਿਬ ਤਰੁੱਠ ਕੇ ਕਹਿੰਦੇ ਹਨ ਕਿ ਭਾਈ ਸਿੱਖਾ, ਸੁਣਾ ਜੋ ਤੇਰੇ ਮਨ ਦੇ ਵਿੱਚ ਹੈ। ਉਸਨੇ ਕੀਤਾ, ਆਪਣੀ ਬੰਜਲੀ ਕੱਢੀ, ਆਪਣੇ ਬਗਲ ਦੇ ਵਿੱਚੋਂ ਬੰਜਲੀ ਕੱਢ ਕੇ ਵਜਾਉਣ ਲੱਗਾ ਅਤੇ ਹੀਰ ਰਾਂਝਾ ਗਾਉਣਾ ਸ਼ੁਰੂ ਕਰ ਦਿੱਤਾ। ਜਦੋਂ ਹੀਰ ਰਾਂਝਾ ਗਾਇਆ ਤਾਂ ਸਾਰੀ ਸੰਗਤ ਦੇ ਮਨ ਦੇ ਵਿੱਚ ਆਇਆ ਕਿ ਗੁਰੂ ਮੋਹਰੇ ਬੈਠੇ ਹਨ, ਇਹ ਹੀਰ ਰਾਂਝੇ ਦਾ ਕਿੱਸਾ ਲੱਗਾ ਹੈ ਸੁਣਾਉਣ। ਅਤੇ ਗੁਰੂ ਸਾਹਿਬ ਬੜੇ ਖੁਸ਼ ਹੋ ਕੇ ਸੁਣਦੇ ਰਹੇ। ਅਤੇ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਉਸ ਨੂੰ ਬੜਾ ਮਾਣ ਬਖਸ਼ਿਆ ਅਤੇ ਸੰਗਤਾਂ ਦੇ ਮਨ ਦੇ ਵਿੱਚ ਆਇਆ ਕਿ ਇਸਨੇ ਚੰਗਾ ਨਹੀਂ ਕੀਤਾ, ਗੁਰੂ ਸਾਹਿਬ ਨੂੰ ਹੀਰ ਰਾਂਝਾ ਸੁਣਾਇਆ ਹੈ। ਪਰ ਗੁਰੂ ਸਾਹਿਬ ਵੀ ਬੜੇ ਖੁਸ਼ ਹੋ ਕੇ ਸੁਣਦੇ ਰਹੇ। ਸਿੱਖਾਂ ਦੇ ਮਨ ਦੀ ਬਾਤ ਜਾਣ ਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਤੂੰ ਕੱਲ੍ਹ ਨੂੰ ਵੀ ਆਉਣਾ, ਸਾਨੂੰ ਤੇਰਾ ਹੀਰ ਰਾਂਝਾ ਬਹੁਤ ਚੰਗਾ ਲੱਗਾ ਹੈ, ਤੂੰ ਕੱਲ੍ਹ ਨੂੰ ਵੀ ਆ ਕੇ ਸੁਣਾਉਣਾ। ਆਖਦੇ ਹਨ ਕਿ ਦੂਸਰੇ ਦਿਨ ਬਹੁਤ ਤੂਫਾਨ, ਹਨੇਰੀ, ਝੱਖੜ, ਨਦੀਆਂ ਚੜ੍ਹ ਗਈਆਂ, ਕੋਈ ਸੰਗਤ ਨਹੀਂ ਆਈ, ਸਾਰੇ ਘਰਾਂ ਦੇ ਵਿੱਚ ਡੱਕ ਗਏ, ਰੁਕ ਗਏ। ਅਤੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਕਿਹਾ ਸੀ ਕਿ ਆਉਣਾ ਹੈ, ਕੋਈ ਵੀ ਨਹੀਂ ਪਹੁੰਚ ਸਕਿਆ। ਜਿਹਨੇ ਹੀਰ ਰਾਂਝਾ ਸੁਣਾਇਆ ਸੀ ਉਹ ਨਦੀ ਦਾ ਵੇਗ ਦੇਖ ਕੇ ਡਰਿਆ ਨਹੀਂ, ਗੁਰੂ ਦਾ ਆਸਰਾ ਲੈ ਕੇ ਉਸਨੇ ਵਿੱਚ ਛਾਲ ਮਾਰ ਦਿੱਤੀ ਅਤੇ ਤਰ ਕੇ ਪਾਰ ਲੰਘ ਗਿਆ। ਗੁਰੂ ਸਾਹਿਬ ਦੇ ਕੋਲ ਪਹੁੰਚਾ, ਸੁੱਕੜੇ ਕੱਪੜੇ ਪਾਏ, ਗਿੱਲੇ ਕੱਪੜੇ ਚੇਂਜ ਕਰ ਲਏ ਅਤੇ ਗੁਰੂ ਸਾਹਿਬ ਨੂੰ ਆਖਦਾ ਹੈ ਕਿ ਮਹਾਰਾਜ ਮੈਂ ਤੁਹਾਨੂੰ ਹੀਰ ਰਾਂਝਾ ਸੁਣਾਉਣ ਲਈ ਪਹੁੰਚਾ ਹਾਂ। ਅਤੇ ਗੁਰੂ ਸਾਹਿਬ ਨੇ ਬੜੇ ਪ੍ਰੇਮ ਦੇ ਨਾਲ ਉਸ ਦਾ ਹੀਰ ਰਾਂਝਾ ਫਿਰ ਸੁਣਿਆ, ਬੜੇ ਖੁਸ਼ ਹੋਏ, ਸਰੋਪਾ ਦਿੱਤਾ, ਆਸ਼ੀਰਵਾਦ ਦਿੱਤੀ। ਜਦੋਂ ਤੀਸਰਾ ਦਿਨ ਹੋਇਆ, ਸੰਗਤ ਫਿਰ ਦੀਵਾਨ ਦੇ ਵਿੱਚ ਬੈਠੀ ਹੈ ਅਤੇ ਗੁਰੂ ਸਾਹਿਬ ਆਖਦੇ ਹਨ ਕਿ ਭਾਈ ਤੁਸੀਂ ਕੱਲ੍ਹ ਕਿਉਂ ਨਹੀਂ ਆਏ, ਕੱਲ੍ਹ ਇੱਥੇ ਕੋਈ ਵੀ ਨਹੀਂ ਪਹੁੰਚਾ। ਅਤੇ ਆਖਦੇ ਹਨ ਸੰਗਤ ਕਿ ਮਹਾਰਾਜ ਕੱਲ੍ਹ ਬਹੁਤ ਹਨੇਰੀ ਤੂਫਾਨ ਸੀ, ਬੜਾ ਮੀਂਹ ਸੀ, ਬੜਾ ਔਖਾ ਸਮਾਂ ਸੀ, ਘਰ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਹੋਇਆ, ਨਦੀਆਂ ਦਾ ਵੇਗ ਬੜਾ ਗੰਭੀਰ ਚੱਲ ਰਿਹਾ ਸੀ। ਅਤੇ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਕਿ ਜਿਸ ਨੇ ਹੀਰ ਸਾਨੂੰ ਸੁਣਾਈ ਹੈ ਉਹ ਤਾਂ ਹਾਜ਼ਰ ਸੀ, ਉਹ ਕਿਸ ਤਰ੍ਹਾਂ ਆ ਗਿਆ। ਗੁਰੂ ਸਾਹਿਬ ਨੇ ਉਸੇ ਸਿੱਖ ਨੂੰ ਖੜ੍ਹੇ ਕਰਕੇ ਆਖਿਆ ਕਿ ਭਾਈ ਤੂੰ ਕਿੱਦਾਂ ਆਇਆ। ਉਸਨੇ ਆਪਣੀ ਸੱਚ ਹਕੀਕਤ ਦੱਸ ਦਿੱਤੀ ਕਿ ਮਹਾਰਾਜ ਤੁਹਾਡਾ ਨਾਮ ਲੈ ਕੇ ਮੈਂ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਅਤੇ ਤਰ ਕੇ ਮੈਂ ਪਾਰ ਲੰਘ ਗਿਆ, ਤੁਸੀਂ ਮੈਨੂੰ ਲੰਘਾ ਲਿਆ। ਅਤੇ ਗੁਰੂ ਸਾਹਿਬ ਨੇ ਉਸ ਨੂੰ ਬਖਸ਼ਿਸ਼ ਕੀਤੀ ਅਤੇ ਸੰਗਤ ਨੂੰ ਕਿਹਾ ਕਿ ਸੱਚਾ ਜੋ ਪ੍ਰੇਮ ਹੈ ਉਹ ਮੀਂਹ ਹਨੇਰੀਆਂ ਤੋਂ ਡਰਦਾ ਨਹੀਂ। ਇਸ ਸਿੱਖ ਦੇ ਮਨ ਦੇ ਵਿੱਚ ਸੱਚਾ ਪ੍ਰੇਮ ਹੈ। ਭਾਵੇਂ ਸਾਨੂੰ ਹੀਰ ਰਾਂਝਾ ਸੁਣਾਉਂਦਾ ਹੈ, ਹੀਰ ਰਾਂਝਾ ਕੋ ਮਾੜੇ ਨਹੀਂ ਹੋਏ, ਉਹ ਸੱਚੀ ਕਥਾ ਹੈ। ਸੋ ਪਿਆਰੀ ਸਾਧ ਸੰਗਤ, ਬਾਣੀ ਆਖਦੀ ਹੈ ਝੱਖੜ ਝਾਂਗੀ ਮੇਹੋਂ ਵਰਸੇ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਅਤ ਖਾਰਾ, ਭੀ ਗੁਰਸਿੱਖ ਲੰਘ ਗੁਰੂ ਪੈ ਜਾਈ।
ਇਹ ਤਾਂ ਤੂਫਾਨ, ਹਨੇਰੀਆਂ, ਝੱਖੜ, ਸੂਰਜ ਦੀ ਗਰਮੀ, ਤਪਸ਼, ਰੌਸ਼ਨੀ, ਠੰਡਕ, ਇਹ ਸਾਰੇ ਬਾਹਰਲੇ ਖੇਡ ਹਨ। ਔਰ ਜੋ ਅੰਦਰ ਦੀ ਖੇਡ ਹੈ ਉਹ ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਤੂਫਾਨ ਆਉਂਦੇ ਹਨ, ਹਨੇਰੀਆਂ ਆਉਂਦੀਆਂ ਹਨ, ਬੇਕਾਰ ਆਉਂਦੇ ਹਨ, ਅਛਾਲਾਂ ਮਾਰਦੇ ਹਨ, ਪਰ ਜੋ ਗੁਰੂ ਦੇ ਸਿੱਖ ਹਨ, ਸੰਤ ਹਨ, ਭਗਤ ਹਨ, ਉਹ ਆਪਣੀ ਚਾਲ ਕਦੀ ਛੱਡਦੇ ਨਹੀਂ। ਕਿਉਂਕਿ ਇੱਕ ਪ੍ਰਮਾਣ ਹੈ ਕਿ ਜਿਸ ਤਰ੍ਹਾਂ ਦੁੱਧ ਚੋਈਦਾ ਹੈ ਉਸ ਦਾ ਰੰਗ ਸਫੈਦ ਹੁੰਦਾ ਹੈ, ਉਸ ਤੋਂ ਬਾਅਦ ਉਸ ਦਾ ਜਾਗ ਲੱਗਦਾ ਹੈ ਅਤੇ ਦਹੀਂ ਦਾ ਰੰਗ ਵੀ ਸਫੈਦ ਹੁੰਦਾ ਹੈ। ਦਹੀਂ ਨੂੰ ਜਦੋਂ ਰਿੜਕੀਦਾ ਹੈ ਅਤੇ ਉਸ ਦੇ ਵਿੱਚੋਂ ਮੱਖਣ ਵੀ ਸਫੈਦ ਨਿਕਲਦਾ ਹੈ, ਲੱਸੀ ਵੀ ਸਫੈਦ ਹੁੰਦੀ ਹੈ। ਉਸ ਨੂੰ ਜਦੋਂ ਮੱਖਣ ਨੂੰ ਅੱਗ ਦੇ ਉੱਤੇ ਰੱਖ ਕੇ ਕਾੜੀਦਾ ਹੈ ਅਤੇ ਬਾਅਦ ਦੇ ਵਿੱਚ ਫਿਰ ਉਸ ਘਿਓ ਦਾ ਰੰਗ ਵੀ ਸਫੈਦ ਹੁੰਦਾ ਹੈ। ਉਹ ਆਪਣਾ ਰੰਗ ਛੱਡਦਾ ਨਹੀਂ। ਦੁੱਧ ਤੋਂ ਲੈ ਕੇ ਘਿਓ ਬਣਨ ਤੱਕ ਰੰਗ ਉਸ ਦਾ ਸਫੈਦ ਰਹਿੰਦਾ ਹੈ। ਇਸੇ ਤਰ੍ਹਾਂ ਪਿਆਰੀ ਸਾਧ ਸੰਗਤ, ਜਿਸ ਨੂੰ ਪਰਮੇਸ਼ਰ ਦਾ ਰੰਗ ਚੜ੍ਹ ਜਾਵੇ, ਉਹ ਫਿਰ ਉਤਰਦਾ ਨਹੀਂ। ਸੰਸਾਰ ਲੱਖ ਯਤਨ ਕਰ ਲਵੇ, ਆਦੀਆਂ ਵਿਆਦੀਆਂ, ਉਪਾਧੀਆਂ, ਕਸ਼ਟ, ਕਲੇਸ਼, ਸਰੀਰਕ ਦੁੱਖ, ਹੋਰ ਸਭ ਕੁਛ ਕਿਤਨਾ ਵੀ ਆ ਜਾਵੇ, ਪਰ ਭਗਤਾਂ ਦੇ ਮਨ ਦੇ ਵਿੱਚੋਂ ਉਹਦਾ ਰੰਗ ਉਤਰਦਾ ਨਹੀਂ। ਨਾਮ ਰੰਗ ਤਿਸ ਕੋ ਲੱਗਾ, ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵੇ, ਨਹੀਂ ਲਾਗੇ ਦਾਗਾ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਮ ਪਾਪੀ ਬੜ ਗੁਨਾਹਗਾਰ। ਐ ਪ੍ਰਭੂ, ਤੇਰੇ ਚਰਨ ਸ਼ਰਨ ਵਿੱਚ ਰਹਿ ਕੇ ਤੇਰੇ ਭਗਤ ਜਨ ਅਰਦਾਸ ਕਰਦੇ ਹਨ ਹਰ ਵੇਲੇ ਕਿ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੀ। ਹਰ ਗੁਰਸਿੱਖ ਅਰਦਾਸ ਕਰਦਾ ਹੈ ਸਵੇਰੇ ਸ਼ਾਮ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।